ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਦਾਬ ਨਮਸਕਾਰ। ਆਈ ਹੋਪ ਕਿ ਤੁਸੀਂ ਸਭ ਠੀਕ ਹੋਵੋਗੇ, ਆਪਦੀ ਲਾਈਫ 'ਚ ਜੋ ਵੀ ਕਰ ਰਹੇ ਹੋਵੋਗੇ ਬਹੁਤ ਵਧੀਆ ਕਰ ਰਹੇ ਹੋਵੋਗੇ। ਤਾਂ ਸਟੂਡੈਂਟਸ, ਮੈਂ ਤੁਹਾਨੂੰ 1857 ਤੋਂ 1947 ਤੱਕ ਮਾਡਰਨ ਹਿਸਟਰੀ ਦੀ ਸੀਰੀਜ਼ ਸ਼ੁਰੂ ਕਰਵਾਈ ਹੋਈ ਹੈ। ਔਰ ਉਸ ਸੀਰੀਜ਼ ਦੇ ਵਿੱਚ ਅੱਜ ਮੇਰਾ ਜਿਹੜਾ ਨੈਕਸਟ ਟੌਪਿਕ ਆਪਣਾ ਕਵਰ ਕਰਨ ਵਾਲਾ ਇੰਡੀਅਨ ਨੈਸ਼ਨਲ ਕਾਂਗਰਸ, the most important topic of entire modern history, founded in 1885 by Sir A.O. Hume at the time of Lord Dufferin। Lord Duffer ਦੇ ਟਾਈਮ ਤੇ A.O. Hume ਦੇ ਦੁਆਰਾ ਇੰਡੀਅਨ ਨੈਸ਼ਨਲ ਕਾਂਗਰਸ ਦੀ 1885 ਦੇ ਵਿੱਚ ਸਥਾਪਨਾ ਹੁੰਦੀ ਹੈ। ਥੋੜੇ ਜਿਹੇ ਰੀਜ਼ਨ ਸਮਝੋ ਵਾਈ ਦੇ ਨੀਡ ਇੰਡੀਅਨ ਨੈਸ਼ਨਲ ਕਾਂਗਰਸ, ਕਿਉਂ ਬਣਾਈ ਗਈ? To unite India, to lead the entire Indian people। ਹਰ ਇੱਕ ਲੋਕ ਨੂੰ, ਹਰ ਇੱਕ ਸਿੰਗਲ ਪਰਸਨ ਨੂੰ ਉਹਨਾਂ ਦੀਆਂ ਡਿਮਾਂਡਸ ਨੂੰ, ਦੇਸ਼ ਨੂੰ ਆਜ਼ਾਦੀ ਤੱਕ ਲਿਜਾਣ ਦੇ ਲਈ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ ਗਈ ਹੈ। ਇੰਡੀਅਨ ਨੈਸ਼ਨਲ ਕਾਂਗਰਸ ਜਿਸ ਟਾਈਮ ਤੇ ਬਣੀ ਸੀ, ਉਸ ਟਾਈਮ ਤੇ ਭਾਰਤ ਦੇ ਜਿਹੜੇ ਹਾਲਾਤ ਹੈ, ਤੁਹਾਨੂੰ ਸਭ ਨੂੰ ਪਤਾ ਹੈ, ਆਪਣਾ ਜਿਹੜਾ ਭਾਰਤ ਦੇਸ਼ ਹੈ ਉਹ ਗੁਲਾਮ ਸੀ। ਤਾਂ ਉਸ ਟਾਈਮ ਤੇ ਇੰਡੀਅਨ ਨੈਸ਼ਨਲ ਕਾਂਗਰਸ ਤਾਂ ਬਣਾਈ ਗਈ ਸੀ ਕਿ ਅਸੀਂ ਦੇਸ਼ ਦੇ ਹਰ ਇੱਕ ਮੁੱਦੇ ਨੂੰ ਉਠਾ ਸਕੀਏ, ਡਿਸਕਸ ਕਰ ਸਕੀਏ। ਤਾਂ ਆਪਾਂ 1 by 1 ਡਿਸਕਸ ਕਰਦੇ ਰਹਾਂਗੇ ਕਿ ਇੰਡੀਅਨ ਨੈਸ਼ਨਲ ਕਾਂਗਰਸ ਦਾ ਰੋਲ ਕੀ ਹੈ ਦੇਸ਼ ਦੀ ਆਜ਼ਾਦੀ ਦੇ ਲਈ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਤੁਸੀਂ ਵੀਡੀਓ ਨੂੰ ਸ਼ੇਅਰ, ਲਾਈਕ, ਸਬਸਕ੍ਰਾਈਬ ਜ਼ਰੂਰ ਕਰ ਦਿਓ। ਔਰ ਆਪਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਇੰਡੀਅਨ ਨੈਸ਼ਨਲ ਕਾਂਗਰਸ ਸਨ 1885 ਦੇ ਵਿੱਚ ਬਣਦੀ ਹੈ। ਔਰ ਫਸਟ ਟਾਈਮ ਹੈ ਜਿਹੜਾ ਉਹ WC ਬੈਨਰਜੀ ਦੇ ਦੁਆਰਾ ਇਹਨੂੰ ਲੀਡ ਕੀਤਾ ਜਾਂਦਾ ਹੈ ਬੰਬੇ ਦੇ ਵਿੱਚ। ਔਰ ਫਸਟ ਟਾਈਮ ਜੋ ਉਹ 72 ਡੈਲੀਗੇਟਸ ਦੇ ਦੁਆਰਾ ਇਹਨੂੰ ਅਟੈਂਡ ਕੀਤਾ ਜਾਂਦਾ ਹੈ। ਜਦੋਂ ਫਸਟ ਟਾਈਮ ਇਹਨੂੰ 72 ਡੈਲੀਗੇਟਸ ਦੇ ਦੁਆਰਾ ਅਟੈਂਡ ਕੀਤਾ ਜਾਂਦਾ ਹੈ, ਤਾਂ ਜਿਹੜੀ ਇਹ ਕਾਨਫਰੰਸ ਹੈ, ਫਸਟ ਮੀਟਿੰਗ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੀ, ਇਹ ਤੇਜਪਾਲ ਗੋਕੁਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਬੰਬੇ ਦੇ ਵਿੱਚ ਹੁੰਦੀ ਹੈ। ਐਕਚੁਅਲ ਦੇ ਵਿੱਚ ਇਹ ਪੂਨੇ ਦੇ ਵਿੱਚ ਹੋਣੀ ਸੀ, ਬਟ ਪੂਨੇ ਦੇ ਵਿੱਚ ਕੋਲਰਾ ਫੈਲਣ ਦੇ ਕਰਕੇ ਇਸ ਨੂੰ ਸ਼ਿਫਟ ਕਿੱਥੇ ਕੀਤਾ ਗਿਆ? ਬੰਬੇ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ। ਔਰ ਪੁਆਇੰਟ ਨੰਬਰ 2, ਇਹਨੂੰ 72 ਡੈਲੀਗੇਟਸ ਨੇ, ਡੈਲੀਗੇਟਸ ਮਤਲਬ ਨੰਬਰ ਆਫ ਪਰਸਨਸ ਨੇ, ਅਟੈਂਡ ਕੀਤਾ ਸੀ। ਦੈਨ ਨੈਕਸਟ ਈਅਰ ਸਨ 1886 ਕੈਲਕਟਾ, ਲੀਡ ਬਾਈ ਦਾਦਾ ਬਾਈ ਨਰੋਜੀ। 1887 ਮਦਰਾਸ, ਬਦਰੁਦੀਨ ਤਿਆਬਜੀ। ਔਰ ਬਦਰੁਦੀਨ ਤਿਆਬਜੀ ਨੇ ਇੱਕ ਰਿਕੁਐਸਟ ਕੀਤੀ ਸੀ ਮੁਸਲਿਮਸ ਨੂੰ ਕਿ ਤੁਸੀਂ ਆਓ ਔਰ ਨੈਸ਼ਨਲ ਲੀਡਰਸ ਦੇ ਨਾਲ ਹੱਥ ਮਿਲਾਓ। ਦੈਨ 1888 ਅਲਾਹਾਬਾਦ, ਜਾਰਜ ਯੂਲ। ਔਰ ਇਹ ਵਾਲੀ ਜਿਹੜੀ ਮੀਟਿੰਗ ਹੈ ਫਸਟ ਇੰਗਲਿਸ਼ ਪ੍ਰੈਜ਼ੀਡੈਂਟ ਦੇ ਦੁਆਰਾ ਲੀਡ ਕੀਤੀ ਗਈ ਹੈ। ਇਹ ਵਾਲੀ ਜਿਹੜੀ ਮੀਟਿੰਗ ਹੈ ਫਸਟ ਇੰਗਲਿਸ਼ ਪ੍ਰੈਜ਼ੀਡੈਂਟ ਦੇ ਦੁਆਰਾ ਲੀਡ ਕੀਤੀ ਗਈ ਹੈ। ਤਾਂ ਦੇਰ ਵਿਲ ਬੀ ਅ ਚਾਂਸ ਆਫ this question ki who was the first English president of Indian National Congress, that is INC। ਤਾਂ ਤੁਸੀਂ ਇਸ ਦਾ ਆਨਸਰ ਕੀ ਦੇਣਾ ਹੋਏਗਾ? ਤਾਂ ਆਨਸਰ will be Sir George Yule is the first English president। Then 1896 ਕੈਲਕਟਾ, ਰਹੀਮ ਉल्ला M ਸयानी। ਨੈਸ਼ਨਲ ਸੌਂਗ ਵੰਦੇ ਮਾਤਰਮ ਬੋਲਿਆ ਗਿਆ ਸੀ ਇਸ ਟਾਈਮ 1896 ਦੇ ਵਿੱਚ। ਔਰ ਬੋਲਿਆ ਕਿਹਦੇ ਦੁਆਰਾ ਗਿਆ ਸੀ? ਰਵਿੰਦਰਨਾਥ ਟੈਗੋਰ ਦੇ ਦੁਆਰਾ। ਰਵਿੰਦਰਨਾਥ ਟੈਗੋਰ ਬੰਗਾਲ ਨੂੰ ਬਿਲੋਂਗ ਕਰਦੇ ਸੀ। ਔਰ ਰਵਿੰਦਰਨਾਥ ਟੈਗੋਰ ਫਸਟ ਪਰਸਨ ਸੀ ਜਿਨ੍ਹਾਂ ਨੂੰ 1913 ਦੇ ਵਿੱਚ ਆਪਣੀ ਕਲੈਕਸ਼ਨਸ ਗੀਤਾਂਜਲੀ ਦੇ ਲਈ ਨੋਬਲ ਪ੍ਰਾਈਜ਼ ਦਿੱਤਾ ਸੀ। ਇਹਨੂੰ ਲਿਖਿਆ ਕਿਸਨੇ ਸੀ? ਬੰਕਿਮ ਚੰਦਰ ਚੈਟਰਜੀ ਨੇ। ਤੇ ਵੰਦੇ ਮਾਤਰਮ ਨੂੰ, ਆਪਣੇ ਨੈਸ਼ਨਲ ਸੌਂਗ ਨੂੰ, ਬੰਕਿਮ ਚੰਦਰ ਚੈਟਰਜੀ ਨੇ ਲਿਖਿਆ ਸੀ। 1905 ਬਨਾਰਸ ਸੈਸ਼ਨ, ਬੰਗਾਲ ਪਾਰਟੀਸ਼ਨ ਦੇ ਅਗੇਂਸਟ
एक व्यू सामने आउंदा है। और बंगाल दी पार्टीशन है जिहड़ी ਉਹ गोपाल कृष्ण गोखले ਦੇ ਦੁਆਰਾ सॉरी बंगाल दी पार्टीशन है जिहड़ी ਉਹ लॉर्ड कर्जन ਦੇ ਦੁਆਰਾ ਕੀਤੀ ਗਈ ਸੀ। और ਇਹ ਵਾਲਾ ਸੈਸ਼ਨ ਹੈ ਜਿਹੜਾ ਉਹ ਗੋਪਾਲ ਕ੍ਰਿਸ਼ਨ ਗੋਖਲੇ ਨੇ ਲੀਡ ਕੀਤਾ ਸੀ, ਜਿਸ ਦੇ ਵਿੱਚ ਬੰਗਾਲ ਪਾਰਟੀਸ਼ਨ ਦੇ ਰਿਗਾਰਡਿੰਗ ਵਿਊਜ਼ ਨੂੰ ਐਕਸਪ੍ਰੈਸ ਕੀਤਾ ਗਿਆ ਸੀ। ਰੀਜ਼ਨ ਕੀ ਸੀ ਬੰਗਾਲ ਨੂੰ ਅਲੱਗ ਕਰਨ ਦੇ ਲਈ? ਬੰਗਾਲ ਹੈ ਜਿਹੜਾ ਉਹ ਕਾਫੀ ਵੱਡਾ ਏਰੀਆ ਸੀ। 1857 ਦਾ ਰਿਵੋਲਟ ਹੁੰਦਾ, ਉਸ ਤੋਂ ਬਾਅਦ ਬ੍ਰਿਟਿਸ਼ ਕਰਾਊਨ ਨੇ ਸਾਰਾ ਜਿਹੜਾ ਐਂਟਾਇਰ ਸਿਸਟਮ ਹੈ ਉਹ ਆਪਣੇ ਅੰਡਰ ਲੈ ਲਿਆ ਸੀ। ਔਰ ਇਹ ਕਿਹਾ ਸੀ ਕਿ ਆਈ ਵਿਲ ਐਡਮਿਨਿਸਟ੍ਰੇਟਰ ਦ ਹੋਲ ਇੰਡੀਆ ਔਨ ਦ ਬੇਸਿਸ ਆਫ ਸਮ ਪੀਪਲ। ਐਂਡ ਜਿਹੜਾ ਈਸਟ ਇੰਡੀਆ ਕੰਪਨੀ ਹੈ ਉਹ ਐਡਮਿਨਿਸਟ੍ਰੇਟ ਨਹੀਂ ਕਰੇਗੀ। ਪੁਆਇੰਟ ਨੰਬਰ 2, ਜਦੋਂ ਇਹਨਾਂ ਨੇ ਬੰਗਾਲ ਦੀ ਵੰਡ ਕੀਤੀ ਹੈ ਤਾਂ ਇਹ ਗੱਲ ਕਹਿ ਕੇ ਕੀਤੀ ਹੈ ਕਿ ਬੰਗਾਲ ਦਾ ਇਲਾਕਾ ਵੱਡਾ ਹੈ, ਵੀ ਸਾਨੂੰ ਮੁਸ਼ਕਿਲ ਆਉਂਦੀ ਹੈ ਇਸ ਦੇ ਵਿੱਚ ਪਲਾਨਸ ਨੂੰ ਇੰਪਲੀਮੈਂਟ ਕਰਨ ਲਈ। ਲੋਕਾਂ ਦੇ ਹਿੱਤ ਦੇ ਲਈ ਜੋ ਅਸੀਂ ਪਲਾਨ ਇੰਪਲੀਮੈਂਟ ਕਰਨੇ ਆ ਉਹਨੂੰ ਇੰਪਲੀਮੈਂਟ ਕਰਨ 'ਚ ਸਾਨੂੰ ਮੁਸ਼ਕਿਲ ਆਉਂਦੀ ਹੈ, ਕਿਉਂਕਿ ਬੰਗਾਲ ਦਾ ਏਰੀਆ ਬਹੁਤ ਵੱਡਾ ਸੀ। ਜੋ ਅੱਜ ਦੇ ਟਾਈਮ ਬੰਗਲਾਦੇਸ਼ ਹੈ ਉਹ ਈਸਟ ਬੰਗਾਲ ਸੀ, ਔਰ ਵੈਸਟ ਬੰਗਾਲ ਕਿਹੜਾ ਸੀ ਜਿਹੜਾ ਆਪਣੇ ਕੋਲ ਉਹ ਹੁਣ ਐਟ ਪ੍ਰੈਜ਼ੈਂਟ ਹੈ ਜਿਹੜਾ ਉਹ ਵੈਸਟ ਬੰਗਾਲ ਹੈਗਾ। ਔਰ ਜਿਸ ਟਾਈਮ ਤੇ ਪੁਆਇੰਟ ਨੰਬਰ 3, ਜਿਸ ਟਾਈਮ ਤੇ ਬੰਗਾਲ ਦੀ ਵੰਡ ਕੀਤੀ ਗਈ ਹੈ, ਦਿਖਾਵਾ ਇਹ ਸੀ ਕਿ ਵੀ ਵਾਂਟ ਟੂ ਐਡਮਿਨਿਸਟ੍ਰੇਟ ਬੰਗਾਲ ਇਨ ਅ ਪ੍ਰੋਪਰ ਮੈਨਰ। ਬਟ ਇਹ ਸਿਰਫ ਇੱਕ ਦਿਖਾਵਾ ਸੀ, ਇੱਕ ਇਲੂਜ਼ਨ ਸੀ। ਐਕਚੁਅਲ ਦੇ ਵਿੱਚ ਦੇ ਹੈਵ ਸਿੰਪਲੀ ਇਹ ਵਨ ਪੋਲਿਸੀ, ਡਿਵਾਈਡ ਐਂਡ ਰੂਲ। ਅਗਰ ਆਪਾਂ ਮੁਸਲਿਮ ਔਰ ਹਿੰਦੂ ਨੂੰ ਡਿਵਾਈਡ ਕਰ ਦਾਂਗੇ ਦੈਨ ਈਜ਼ੀਲੀ ਹੈ ਜਿਹੜਾ ਉਹ ਆਪਾਂ ਜਿਹੜੀ ਜਿੱਤ ਹੈ ਇੰਡੀਆ ਤੇ ਉਹ ਪ੍ਰਾਪਤ ਕਰ ਸਕਾਂਗੇ, ਕਿ ਲੋਕ ਆ ਜਿਹੜਾ ਆਪਣੇ ਗੱਲਾਂ ਦੇ ਵਿੱਚ ਹੀ ਉਲਝ ਕੇ ਰਹਿ ਜਾਣਗੇ। ਤਾਂ ਉਸ ਚੀਜ਼ ਦੇ ਅਗੇਂਸਟ ਹੈ ਜਿਹੜਾ ਉਹ ਸਵਦੇਸ਼ੀ ਮੂਵਮੈਂਟ ਵੀ ਸ਼ੁਰੂ ਕੀਤੀ ਗਈ ਸੀ 1905 ਦੇ ਵਿੱਚ। ਵਿਦੇਸ਼ੀ ਨੂੰ ਬਾਈਕਾਟ ਕਰਨਾ ਹੀ ਸਵਦੇਸ਼ੀ ਸੀ। ਔਰ ਇਹ ਮੂਵਮੈਂਟ ਆ ਉਹ ਲਗਭਗ ਤੁਸੀਂ ਇਹ ਕਹਿ ਲਓ ਵੀ ਆਜ਼ਾਦੀ ਤੱਕ ਇਹ ਚੱਲਦੀ ਰਹੀ ਹੈ। ਥੋੜ੍ਹੇ ਸਾਲ ਪਹਿਲਾਂ ਤੱਕ, ਆਜ਼ਾਦੀ ਤੋਂ ਥੋੜ੍ਹੇ ਸਾਲ ਪਹਿਲਾਂ ਤੱਕ ਇਹ ਚੱਲਦੀ ਰਹੀ ਹੈ। ਜਿਸ ਟਾਈਮ ਤੇ ਬੰਗਾਲ ਦੀ ਵੰਡ ਕੀਤੀ ਗਈ ਸੀ, ਪੁਆਇੰਟ ਨੰਬਰ 4, ਤਾਂ ਸਵਦੇਸ਼ੀ ਮੂਵਮੈਂਟ ਹੈ ਜਿਹੜੀ ਉਹ ਲੀਡ ਕੀਤੀ ਗਈ ਸੀ। ਤਾਂ ਇਸ ਦੇ ਰਿਗਾਰਡਿੰਗ ਆਪਾਂ ਇੱਕ ਅਲੱਗ ਹੈ ਜਿਹੜਾ ਉਹ ਲੈਕਚਰ ਜ਼ਰੂਰ ਲਵਾਂਗੇ। ਤਾਂ ਜਦੋਂ ਬੰਗਾਲ ਦੀ ਵੰਡ ਕੀਤੀ ਗਈ ਹੈ ਤਾਂ ਉਸ ਟਾਈਮ ਤੇ ਜਿਹੜਾ ਇੰਡੀਅਨਸ ਨੇ ਕਾਫੀ ਪ੍ਰੋਟੈਸਟ ਵੀ ਕੀਤਾ ਹੈ। ਤਾਂ ਤੁਸੀਂ ਇਹ ਯਾਦ ਰੱਖਣਾ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਦਾ ਬਨਾਰਸ ਸੈਸ਼ਨ ਹੈ ਲੀਡ ਕੀਤਾ ਜਾ ਰਿਹਾ ਗੋਪਾਲ ਕ੍ਰਿਸ਼ਨ ਗੋਖਲੇ ਦੁਆਰਾ, ਜਿਹਦੇ ਵਿੱਚ ਇਹਦੇ ਰਿਗਾਰਡਿੰਗ ਕੰਸਰਨ ਸਾਹਮਣੇ ਆਇਆ ਹੈ। ਦੈਨ 1907 ਦਾ ਸੈਸ਼ਨ ਸੂਰਤ ਸਪਲਿਟ ਇਹਨੂੰ ਬੋਲਦੇ ਆ, ਰਾਸ਼ ਬਿਹਾਰੀ ਘੋਸ਼ ਨੂੰ ਲੀਡ ਕਰ ਰਹੇ ਹੈ। ਔਰ ਇਸ ਟਾਈਮ ਤੇ ਇੰਡੀਅਨ ਨੈਸ਼ਨਲ ਕਾਂਗਰਸ ਉਸ ਟਾਈਮ ਦੀ ਮੌਕੇ ਦੀ ਸਭ ਤੋਂ ਵੱਡੀ ਸੰਸਥਾ ਸਪਲਿਟ ਹੋ ਜਾਂਦੀ ਹੈ ਦੋ ਪਾਰਟਸ ਦੇ ਵਿੱਚ। ਦ ਪਾਰਟਸ ਆਰ ਐਕਸਟ੍ਰੀਮਿਸਟ ਐਂਡ ਦ ਮੋਡਰੇਟ। ਐਕਸਟ੍ਰੀਮਿਸਟ ਦਾ ਮਤਲਬ ਹੁੰਦਾ ਹੈ ਗਰਮ ਦਲ, ਔਰ ਮੋਡਰੇਟ ਦਾ ਮਤਲਬ ਹੁੰਦਾ ਹੈ ਨਰਮ ਦਲ। ਸਿੰਪਲ ਇਹ ਸੀ ਕਿ ਆਜ਼ਾਦੀ ਨੂੰ ਲੈਣ ਦੇ ਲਈ ਦੋਨਾਂ ਦੇ ਅਲੱਗ-ਅਲੱਗ ਕੰਸਰਨ ਸੀ। ਐਕਸਟ੍ਰੀਮਿਸਟ ਕਹਿੰਦੇ ਸੀ ਅਸੀਂ ਜਿਹੜਾ ਵਿਰੋਧ ਤੋਂ ਬਿਨਾਂ, ਗੁੱਸੇ ਤੋਂ ਬਿਨਾਂ, ਲਾਠੀ ਚਾਰਜ ਕੀਤੇ ਤੋਂ ਬਿਨਾਂ, ਕੁਛ ਐਕਸਟ੍ਰੀਮਿਸਟ ਮੁੱਦੇ ਉਠਾਏ ਤੋਂ ਬਿਨਾਂ, ਮਤਲਬ ਗਰਮ ਮੁੱਦੇ ਉਠਾਏ ਤੋਂ ਬਿਨਾਂ ਅਸੀਂ ਆਜ਼ਾਦੀ ਨਹੀਂ ਲੈ ਸਕਦੇ। ਮਤਲਬ ਉਹਨਾਂ ਦੇ ਗਰਮ ਖਿਆਲ ਸੀ। ਔਰ ਮੋਡਰੇਟ ਕਹਿੰਦੇ ਸੀ ਵੀ ਹੈਵ ਟੂ ਫੋਲੋ ਦ ਗਾਂਧੀਅਨ ਪ੍ਰਿੰਸੀਪਲ ਲਾਈਕ ਨੋਨ ਵਾਇਲੈਂਸ, ਮਤਲਬ ਅਹਿੰਸਾ। ਤਾਂ ਉਸ ਟਾਈਮ ਤੇ ਐਕਸਟ੍ਰੀਮਿਸਟ ਨੂੰ ਲੀਡ ਕਰ ਰਹੇ ਸੀ ਲਾਲ, ਬਾਲ ਔਰ ਪਾਲ। ਲਾਲ ਮਤਲਬ ਲਾਲ ਬਹਾਦਰ ਸ਼ਾਸਤਰੀ, ਬਾਲ ਮਤਲਬ ਬਾਲ ਗੰਗਾਧਰ ਤਿਲਕ, ਔਰ ਪਾਲ। ਔਰ ਜੋ ਮੋਡਰੇਟ ਹੈ ਉਹਨਾਂ ਨੂੰ ਵੀ ਅਲੱਗ ਪਰਸਨ ਹੈ ਜਿਹੜੇ ਉਹ ਲੀਡ ਕਰ ਰਹੇ ਸੀ। ਉਸ ਤੋਂ ਬਾਅਦ ਜੋ ਨੈਕਸਟ ਹੈ 1909, ਮਦਨ ਮੋਹਨ ਮਾਲਵੀਆ ਲੀਡ ਕਰ ਰਹੇ ਹੈ। ਲਾਹੌਰ ਸੈਸ਼ਨ ਹੈ। ਇੰਡੀਅਨ ਕੌਂਸਲ ਐਕਟ 1909, ਇਹਨੂੰ ਮੋਰਲੇ ਮਿੰਟੋ ਰਿਫੋਰਮ ਵੀ ਕਿਹਾ ਜਾਂਦਾ ਹੈ। ਔਰ ਉਸ ਮੋਰਲੇ ਮਿੰਟੋ ਰਿਫੋਰਮ ਨੂੰ ਗਵਰਨਮੈਂਟ ਆਫ ਇੰਡੀਆ ਐਕਟ 1909 ਵੀ ਕਿਹਾ ਜਾਂਦਾ
ਇਹ ਸਾਹਮਣੇ ਆਇਆ ਸੀ। ਮੋਰਲੇ ਔਰ ਮਿੰਟੋ ਅਲੱਗ-ਅਲੱਗ ਪਰਸਨਸ ਦੇ ਨਾਮ ਹੈ। ਇਹਨੂੰ ਆਪਾਂ ਮੋਰਲੇ ਮਿੰਟੋ ਰਿਫਾਰਮ 1909 ਅਲੱਗ ਤੋਂ ਇਹਨੂੰ ਡਿਸਕਸ ਆਪਾਂ ਕਰਾਂਗੇ। ਤਾਂ ਤੁਸੀਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਕੌਣ ਲੀਡਰ ਹੈ ਜੋ ਲੀਡ ਕਰ ਰਿਹਾ, ਇੱਥੇ ਇਹੀ ਚੀਜ਼ ਰੱਖਣੀ ਹੈ, ਮਦਨ ਮੋਹਨ ਮਾਲਵੀਆ। ਦੈਨ 1911 ਬੜਾ ਇੰਪੋਰਟੈਂਟ ਸੈਸ਼ਨ ਹੈ, ਬਿਸ਼ਨ ਜੀ ਨੂੰ ਲੀਡ ਕਰ ਰਹੇ ਆ, ਕਲਕੱਤਾ ਦਾ ਸੈਸ਼ਨ। ਜਨਗਣ ਮਨ ਫਸਟ ਟਾਈਮ ਬੋਲਿਆ ਗਿਆ ਹੈ ਰਵਿੰਦਰਨਾਥ ਟੈਗੋਰ ਦੇ ਦੁਆਰਾ। ਰਵਿੰਦਰਨਾਥ ਟੈਗੋਰ ਉਹ ਵਾਲਾ ਪਰਸਨ ਹੈ, ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਜਿਸ ਨੂੰ ਨੋਬਲ ਪ੍ਰਾਈਜ਼ 1913 ਦੇ ਵਿੱਚ ਮਿਲਣਾ ਹੈ। ਕਿ ਆਪਾਂ ਫਿਊਚਰ 'ਚ ਹਾਂ ਤਾਂ ਆਪਾਂ 1911 'ਚ ਅਗਰ ਗੱਲ ਕਰੀਏ ਤਾਂ 1913 'ਚ ਜੇ ਮਿਲਣਾ ਹੈ, ਲੇਕਿਨ ਉਹ ਇੱਕ ਬੰਗਾਲੀ ਪੋਇਟ ਹੈ, ਬੰਗਾਲੀ ਸਪੀਕਰ ਹੈ, ਔਰ ਉਹਨਾਂ ਦੀ ਵੋਇਸ ਬੜੀ ਸੋਹਣੀ ਸੀ। ਤਾਂ ਰਵਿੰਦਰਨਾਥ ਟੈਗੋਰ ਨੇ ਫਸਟ ਟਾਈਮ ਜਿਹੜਾ ਇਹ ਨੈਸ਼ਨਲ ਸੌਂਗ ਹੈ ਨਾ, ਇਸ ਤੋਂ ਵੀ ਪਹਿਲਾਂ ਸੰਗ ਕੀਤਾ ਸੀ ਦਿੱਲੀ ਸੰਮੇਲਨ ਦੇ ਵਿੱਚ। ਅੰਗਰੇਜ਼ ਜਿਹੜਾ ਰਾਜਾ ਸੀ ਉਹਦੇ ਵੈਲਕਮ ਦੇ ਵਿੱਚ ਸੌਂਗ ਬੋਲਿਆ ਸੀ 1911 ਦੇ ਵਿੱਚ। ਤਾਂ ਉਸ ਤੋਂ ਬਾਅਦ ਜਿਹੜਾ ਜਨਗਣ ਮਨ ਹੈ ਫਸਟ ਟਾਈਮ ਹੈ ਜਿਹੜਾ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ 1911 ਦੇ ਵਿੱਚ ਕਲਕੱਤਾ ਸੈਸ਼ਨ 'ਚ ਬੋਲਿਆ ਗਿਆ ਸੀ। ਦੈਨ 1916 ਲਖਨਊ, ਅੰਬਿਕਾ ਚਰਨ ਮਜੂਮਦਾਰ ਇਹਨੂੰ ਜਿਹੜੇ ਉਹ ਲੀਡ ਕਰ ਰਹੇ ਸੀ। ਇਹਨੂੰ ਲਖਨਊ ਪੈਕਟ ਬੋਲਿਆ ਜਾਂਦਾ ਹੈ। ਲਖਨਊ ਪੈਕਟ ਮਤਲਬ ਜੁਆਇੰਟ ਸੈਸ਼ਨ ਵਿਦ ਦਾ ਮੁਸਲਿਮ ਲੀਗ। ਹੁਣ ਇਹ ਮੁਸਲਿਮ ਲੀਗ ਕੀ ਹੈ? ਮੁਸਲਿਮ ਲੀਗ ਦੀ ਸਥਾਪਨਾ ਅਲੀ ਬ੍ਰਦਰਸ ਦੇ ਦੁਆਰਾ ਕੀਤੀ ਗਈ ਸੀ। ਰੀਜ਼ਨ ਕੀ ਸੀ ਮੁਸਲਿਮ ਲੀਗ ਨੂੰ ਸਥਾਪਿਤ ਕਰਨ ਦਾ? ਕਿ ਮੁਸਲਿਮਸ ਦੇ ਰਾਈਟ ਨੂੰ ਪ੍ਰੋਟੈਸਟ ਕੀਤਾ ਜਾਵੇ ਭਾਰਤ ਦੇ ਵਿੱਚ। ਤਾਂ ਉਸ ਮੁਸਲਿਮ ਲੀਗ ਨੇ ਕਾਂਗਰਸ ਦੇ ਨਾਲ ਮਿਲ ਕੇ ਜਿਹੜਾ ਉਹ ਇਕੱਠਾ ਸੈਸ਼ਨ ਕੀਤਾ, ਅਟੈਂਡ ਕੀਤਾ ਲਖਨਊ ਦੇ ਵਿੱਚ 1916, ਔਰ ਇਹਨੂੰ ਬੋਲਿਆ ਜਾਂਦਾ ਹੈ ਲਖਨਊ ਦਾ ਸਮਝੌਤਾ, ਮਤਲਬ ਲਖਨਊ ਪੈਕਟ। ਨੈਕਸਟ 1917 ਐਨੀ ਬਸੰਤ, ਕਲਕੱਤਾ। First woman president of Indian National Congress. Point to be noted, she is the first woman president, but she is not first Indian woman president. ਉਹ woman president ਤਾਂ ਹੈ, but ਉਹ Indian woman president ਨਹੀਂ ਹੈਗੀ। ਉਹ just ਇੱਕ woman president ਹੈ, ਉਹ foreigner ਸੀ। ਦੈਨ 1918 ਪਹਿਲੀ ਵਾਰੀ ਬੰਬੇ ਤੇ ਦਿੱਲੀ ਦੇ ਵਿੱਚ ਇੱਕ ਸਾਲ ਦੇ ਵਿੱਚ 2 ਸੈਸ਼ਨ ਅਟੈਂਡ ਹੁੰਦੀ ਹੈ। ਦੈਨ 1925 ਕਾਨਪੁਰ, ਸਰੋਜਨੀ ਨਾਇਡੂ ਫਸਟ ਇੰਡੀਅਨ ਵੂਮਨ ਪ੍ਰੈਜ਼ੀਡੈਂਟ। ਐਨੀ ਬਸੰਤ ਇਜ਼ ਦਾ ਫਸਟ ਵੂਮਨ ਪ੍ਰੈਜ਼ੀਡੈਂਟ ਐਂਡ ਫਸਟ ਇੰਡੀਅਨ ਇਜ਼ ਸਰੋਜਨੀ ਨਾਇਡੂ। ਪੁਆਇੰਟ ਨੰਬਰ 2, ਐਂਡ ਜਿਹੜੀ ਸਰੋਜਨੀ ਨਾਇਡੂ ਹੈ ਇਹਨੂੰ ਨਾਈਟਿੰਗੇਲ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਬਹੁਤ ਵੱਡਾ ਰੋਲ ਹੈ ਦੇਸ਼ ਦੀ ਆਜ਼ਾਦੀ ਦੇ ਲਈ ਸਰੋਜਨੀ ਨਾਇਡੂ ਦਾ। 1929 ਦਾ ਸੈਸ਼ਨ, ਲਾਹੌਰ, ਜਵਾਹਰ ਲਾਲ ਨਹਿਰੂ। ਰੈਜ਼ੋਲਿਊਸ਼ਨ ਪਾਸ ਹੁੰਦਾ ਹੈ ਪੂਰਨ ਸਵਰਾਜ। ਪੂਰਨ ਸਵਰਾਜ ਦਾ ਮਤਲਬ ਹੁੰਦਾ ਹੈ ਪੂਰਨ ਤੌਰ ਤੇ ਆਜ਼ਾਦੀ। ਫਸਟ ਟਾਈਮ ਸਾਹਮਣੇ ਆਇਆ ਸੀ। ਦੈਟ ਇਜ਼ ਦਾ ਰੀਜ਼ਨ ਕਿ ਆਪਾਂ 26 ਜਨਵਰੀ ਨੂੰ ਹੀ ਆਪਣਾ ਜਿਹੜਾ ਕੌਨਸਟੀਟਿਊਸ਼ਨ ਹੈ 1950, 26 ਜਨਵਰੀ 1950 ਨੂੰ ਅਡੋਪਟ ਕੀਤਾ, ਲਾਗੂ ਕੀਤਾ ਸੀ। ਰੀਜ਼ਨ ਕੀ ਸੀ ਕਿ 26 ਜਨਵਰੀ ਨੂੰ ਆਪਣੇ ਕੋਲ ਵਰਡ ਸਾਹਮਣੇ ਆਇਆ ਪੂਰਨ ਸਵਰਾਜ। ਪੂਰਨ ਸਵਰਾਜ ਮਤਲਬ ਪੂਰਨ ਤੌਰ ਤੇ ਆਜ਼ਾਦੀ। ਕਿਹੜਾ ਸੈਸ਼ਨ ਸੀ? ਲਾਹੌਰ ਸੈਸ਼ਨ ਸੀ। ਲੀਡ ਕੌਣ ਕਰ ਰਿਹਾ ਸੀ? ਜਵਾਹਰ ਲਾਲ ਨਹਿਰੂ ਜੀ ਨੂੰ ਲੀਡ ਕਰ ਰਹੇ ਸੀ। ਉਸ ਤੋਂ ਇਲਾਵਾ ਸਿਵਲ ਡਿਸਓਬੀਡੀਐਂਸ ਮੂਵਮੈਂਟ ਹੈ ਜਿਹੜੀ ਉਹ ਮਹਾਤਮਾ ਗਾਂਧੀ ਦੇ ਦੁਆਰਾ ਇੱਥੇ ਸ਼ੁਰੂ ਕੀਤੀ ਗਈ ਸੀ 1929 ਦੇ ਵਿੱਚ। 1931 ਕਰਾਚੀ, ਵੱਲਭ ਭਾਈ ਪਟੇਲ। ਗਾਂਧੀ ਇਰਵਿਨ ਪੈਕਟ, ਮਹਾਤਮਾ ਗਾਂਧੀ ਔਰ ਇਰਵਿਨ। ਸਰ ਇਰਵਿਨ ਦੇ ਵਿੱਚ ਇੱਕ ਸਮਝੌਤਾ ਹੁੰਦਾ ਹੈ, ਗਾਂਧੀ ਔਰ ਇਰਵਿਨ ਦੇ ਵਿੱਚ ਇੱਕ ਸਮਝੌਤਾ ਹੁੰਦਾ ਹੈ ਜਿਹਨੂੰ ਨਾਮ ਦਿੱਤਾ ਗਿਆ ਗਾਂਧੀ ਇਰਵਿਨ ਪੈਕਟ। ਰੀਜ਼ਨ ਸਮਝੋ। ਦੇਖੋ ਇੰਡੀਅਨ ਨੈਸ਼ਨਲ ਕਾਂਗਰਸ ਨੇ 3 ਰਾਊਂਡ ਟੇਬਲ ਕਾਨਫਰੰਸ ਦੇ ਵਿੱਚੋਂ ਫਸਟ ਰਾਊਂਡ ਟੇਬਲ ਕਾਨਫਰੰਸ ਅਟੈਂਡ ਨਹੀਂ ਕੀਤੀ, ਸੈਕਿੰਡ ਕੀਤੀ ਹੈ ਔਰ ਥਰਡ ਨਹੀਂ ਕੀਤੀ। ਸੈਕਿੰਡ ਕਿਉਂ ਕੀਤੀ ਹੈ? ਇਹਦੇ ਪਿੱਛੇ ਰੀਜ਼ਨ ਹੈ ਗਾਂਧੀ ਇਰਵਿਨ ਪੈਕਟ। ਹੁਣ ਇਹ ਰਾਊਂਡ ਟੇਬਲ ਕਾਨਫਰੰਸ ਕੀ ਹੈ? ਰਾਊਂਡ ਟੇਬਲ ਕਾਨਫਰੰਸ ਲੰਡਨ ਦੇ ਵਿੱਚ ਹੋਈਆਂ ਸੀ। ਕਾਹਦੇ ਲਈ ਹੋਈਆਂ ਸੀ? ਕਿ ਭਾਰਤੀ ਲੋਕਾਂ ਦੇ ਮੁੱਦਿਆਂ ਨੂੰ, ਰਾਈਟਸ ਨੂੰ ਅਸੀਂ ਡਿਸਕਸ ਕਰਦੇ ਹਾਂ। ਇੱਕ ਬ੍ਰਿਟਿਸ਼ਰ ਦਾ ਇਹ ਕਹਿਣਾ ਸੀ, ਪਰ ਇੰਡੀਅਨਸ ਹੈ ਜਿਹੜੇ ਉਹ ਇੰਟਰਸਟ ਨਹੀਂ ਕਰਦੇ ਸੀ ਬ੍ਰਿਟਿਸ਼ਰ ਦੇ। ਤਾਂ ਜਿਹੜੀ ਰਾਊਂਡ ਟੇਬਲ ਕਾਨਫਰੰਸ ਹੁੰਦੀ ਹੈ ਨਾ, ਤਾਂ ਪਹਿਲੀ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ
ਇੰਡੀਅਨ ਨੈਸ਼ਨਲ ਕਾਂਗਰਸ ਬਾਈਕਾਟ ਕਰਦੀ ਹੈ, ਬਟ BR ਅੰਬੇਦਕਰ ਅਟੈਂਡ ਕਰਦੇ ਆ। ਰਿਮੈਂਬਰ ਦੈਟ BR ਅੰਬੇਦਕਰ ਇੱਕੋ ਹੀ ਪਰਸਨ ਹੈ ਜਿਹਨੇ 3 ਦੀਆਂ 3 ਰਾਊਂਡ ਟੇਬਲ ਕਾਨਫਰੰਸ ਨੂੰ ਅਟੈਂਡ ਕੀਤਾ ਸੀ। ਸੈਕਿੰਡ ਰਾਊਂਡ ਟੇਬਲ ਕਾਨਫਰੰਸ ਤੋਂ ਪਹਿਲਾਂ ਸਿੱਧਾ ਸਪਸ਼ਟ ਰੂਪ ਦੇ ਵਿੱਚ ਇਰਵਿਨ ਨੂੰ ਕਿਹਾ ਜਾਂਦਾ ਹੈ ਕਿ ਜਾਂ ਤਾਂ ਤੂੰ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਓਨਲੀ ਬਣਾ ਲੈ, ਕਿਉਂਕਿ ਜਿਹੜੇ ਗਾਂਧੀ ਸੀ, ਮਹਾਤਮਾ ਗਾਂਧੀ ਸੀ, ਉਹ ਲੀਡ ਕਰਦੇ ਹੁੰਦੇ ਸੀ ਭਾਰਤੀ ਲੋਕਾਂ ਨੂੰ, ਖਾਸ ਕਰਕੇ ਹਰੀਜਨਸ ਨੂੰ। ਹਰੀਜਨਸ ਦਾ ਮਤਲਬ ਹੁੰਦਾ ਸੀ ਗੋਡ ਦੇ ਬੰਦੇ, ਹਨਾ, ਮਤਲਬ ਕੁਦਰਤ ਦੇ ਬੰਦੇ। ਤਾਂ ਹਰੀਜਨਸ ਨੂੰ ਲੀਡ ਕਰਦੇ ਸੀ, ਮਤਲਬ ਲੋ ਕਾਸਟ ਨੂੰ ਲੀਡ ਕਰਦੇ ਸੀ। ਤੇ ਮਾਸ ਮੀਡੀਆ ਜਿਹੜਾ ਗਾਂਧੀ ਦੇ ਪਿੱਛੇ ਹੁੰਦਾ ਸੀ, ਮਾਸ ਜਿਹੜਾ ਮੀਡੀਆ ਸੁਣ ਕਹਿ ਰਿਹਾ, ਮਾਸ ਜਿਹੜੇ ਲੋਕ ਆ ਉਹ ਗਾਂਧੀ ਦੇ ਪਿੱਛੇ ਹੁੰਦੇ ਸੀ। ਤਾਂ ਉਸ ਟਾਈਮ ਤੇ ਮਹਾਤਮਾ ਗਾਂਧੀ ਨੂੰ ਅਗਰ ਮਨਾ ਲੈਂਦੇ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਨੇ ਓਬਵੀਅਸਲੀ ਜਿਹੜਾ ਉਹ ਸੈਸ਼ਨ ਹੈ ਉਹਨੂੰ ਅਟੈਂਡ ਕਰਨਾ ਸੀ। ਤਾਂ ਇਸ ਲਈ ਮਹਾਤਮਾ ਗਾਂਧੀ ਨੂੰ ਮਨਾਇਆ ਗਿਆ ਸੀ ਕਿ ਤੁਸੀਂ ਆਓ ਰਾਊਂਡ ਟੇਬਲ ਕਾਨਫਰੰਸ ਨੂੰ ਅਟੈਂਡ ਕਰੋ। ਤਾਂ ਉਹਦੇ ਲਈ ਇੱਕ ਸਮਝੌਤਾ ਹੈ ਜਿਹਨੂੰ ਨਾਮ ਦਿੱਤਾ ਗਿਆ ਹੈ ਗਾਂਧੀ ਇਰਵਿਨ ਪੈਕਟ। ਇੱਥੇ ਮੈਂ ਤੈਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ। ਗਾਂਧੀ ਇਰਵਿਨ ਪੈਕਟ ਦੇ ਟਾਈਮ ਅਗਰ ਇਹ ਪੈਕਟ ਨਾ ਹੁੰਦਾ ਤਾਂ ਕਦੇ ਵੀ ਸੈਕਿੰਡ ਰਾਊਂਡ ਟੇਬਲ ਕਾਨਫਰੰਸ ਇੰਡੀਅਨ ਨੈਸ਼ਨਲ ਕਾਂਗਰਸ ਅਟੈਂਡ ਨਹੀਂ ਕਰਦੀ। ਔਰ ਇੰਟਰਸਟਿੰਗ ਪੁਆਇੰਟ ਕੀ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਇੱਕ ਹੀ ਕਾਨਫਰੰਸ ਅਟੈਂਡ ਕੀਤੀ ਗਈ ਹੈ ਤਿੰਨੇ ਰਾਊਂਡ ਟੇਬਲ ਕਾਨਫਰੰਸ ਲਈ ਦੇ ਵਿੱਚੋਂ, ਜੋ ਤਿੰਨੇ ਹੀ ਲੰਡਨ ਦੇ ਵਿੱਚ ਹੋਈਆਂ 1931 ਤੋਂ 1932 ਦੇ ਟਾਈਮ ਦੇ ਵਿੱਚ। ਨੈਕਸਟ ਪੁਆਇੰਟ ਦੇਖੋ, 1937 ਫੈਜ਼ਪੁਰ ਇੱਕੋ ਇੱਕ ਸੈਸ਼ਨ ਸੀ ਜੋ ਜਵਾਹਰ ਲਾਲ ਨਹਿਰੂ ਵੱਲੋਂ ਲੀਡ ਕੀਤਾ ਗਿਆ ਸੀ, ਔਰ ਇੱਕੋ ਇੱਕ ਸੈਸ਼ਨ ਸੀ ਜਿਹੜਾ ਵਿਲੇਜ ਦੇ ਵਿੱਚ ਹੋਇਆ ਸੀ। ਮਤਲਬ ਇੱਕੋ ਇੱਕ ਸੈਸ਼ਨ ਸੀ, ਜਵਾਹਰ ਲਾਲ ਨਹਿਰੂ ਨੇ ਤਾਂ ਪਹਿਲਾਂ ਵੀ ਲੀਡ ਕੀਤਾ, ਮਤਲਬ ਇੱਕੋ ਇੱਕ ਸੈਸ਼ਨ ਹੈ ਜੋ ਵਿਲੇਜ ਦੇ ਵਿੱਚ ਹੋਇਆ। ਮੈਂ ਪੁਆਇੰਟ ਇਹ ਕਹਿ ਰਿਹਾ ਵੀ ਇੱਕੋ ਇੱਕ ਸੈਸ਼ਨ ਹੈ ਜੋ ਵਿਲੇਜ ਦੇ ਵਿੱਚ, ਇੱਕ ਪਿੰਡ ਦੇ ਵਿੱਚ ਹੋਇਆ। ਦੈਨ 1938 ਸੁਭਾਸ਼ ਚੰਦਰ ਬੋਸ ਹਰੀਪੁਰਾ, ਇਸ ਟਾਈਮ ਦੇ ਵਿੱਚੋਂ ਪਲੈਨਿੰਗ ਕਮੇਟੀ ਸੈਟਅਪ ਕੀਤੀ ਗਈ ਸੀ ਅੰਡਰ ਨਹਿਰੂ, ਜਵਾਹਰ ਲਾਲ ਨਹਿਰੂ। ਦੈਨ 1939 ਤ੍ਰਿਪੁਰੀ, ਸੁਭਾਸ਼ ਚੰਦਰ ਬੋਸ ਲੀਡ ਕਰ ਰਹੇ ਹੈ ਔਰ ਬੋਸ ਵਾਲ ਇਲੈਕਟਿਡ ਹੈਡ ਟੂ ਰਿਜ਼ਾਈਨ ਸਿੰਸ ਗਾਂਧੀ ਸਪੋਰਟਿਡ ਪਤਾਬੀ ਸੀਤਾਰਮਈਆ। ਔਰ ਕੀ ਕਹਿੰਦੇ ਆ, ਕਿਉਂਕਿ ਸਿੰਪਲ ਜਿਹਾ ਪੁਆਇੰਟ ਇਹ ਹੈ ਜੀ ਵੀ ਜਿਹੜਾ ਬੋਸ ਇਲੈਕਟ ਕੀਤਾ ਗਿਆ ਸੀ ਬਟ ਉਹਨਾਂ ਨੂੰ ਰਿਜ਼ਾਈਨ ਦੇਣਾ ਪਿਆ ਸੀ ਕਿਉਂਕਿ ਗਾਂਧੀ ਸਪੋਰਟ ਕਰ ਰਹੇ ਸੀ ਪਤਾਬੀ ਸੀਤਾਰਮਈਆ ਨੂੰ। ਹਾਂਜੀ, ਉਸ ਤੋਂ ਬਾਅਦ ਦੇਖੋ 1946 ਮੇਰਠ ਹੈ ਜਿਹੜਾ, ਹਨਾ, ਆਚਾਰਿਆ ਕ੍ਰਿਪਲਨੀ ਨੇ ਇਹਨੂੰ ਅਟੈਂਡ ਕੀਤਾ ਔਰ ਲਾਸਟ ਸੈਸ਼ਨ ਹੈ ਇੰਡੀਪੈਂਡੈਂਸ ਤੋਂ ਪਹਿਲਾਂ। 1948 ਜੈਪੁਰ ਪਤਾਬੀ ਸੀਤਾਰਮਈਆ ਨੇ ਇਹਨੂੰ ਅਟੈਂਡ ਕੀਤਾ, ਉੱਪਰ ਆਚਾਰਿਆ ਕ੍ਰਿਪਲਨੀ ਨੇ ਲੀਡ ਕੀਤਾ ਸੀ 1946 ਦਾ, ਔਰ 1948 ਦਾ ਪਤਾਬੀ ਸੀਤਾਰਮਈਆ ਨੇ ਇਹਨੂੰ ਜਿਹੜਾ ਅਟੈਂਡ ਲੀਡ ਕੀਤਾ ਸੀ ਔਰ ਫਸਟ ਸੈਸ਼ਨ ਸੀ ਆਫਟਰ ਇੰਡੀਪੈਂਡੈਂਸ ਆਫ ਇੰਡੀਆ। ਕਿਉਂਕਿ 1947 ਦੇ ਵਿੱਚ ਅੰਡਰ ਮਾਊਂਟਬੈਟਨ ਪੈਕਟ ਇੰਡੀਆ ਨੂੰ ਜਿਹੜੀ ਉਹ ਆਜ਼ਾਦੀ ਦੇ ਦਿੱਤੀ ਗਈ ਸੀ। ਭਾਰਤ ਤੇ ਪਾਕਿਸਤਾਨ ਦੋ ਨੇਸ਼ਨ ਬਣ ਕੇ ਆਏ ਸੀ ਔਰ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਬਾਉਂਡਰੀ ਆ ਉਹ ਸਰ ਚਰਚਿਲ ਰੈਡਕਲਿਫ ਨੇ ਡਿਸਾਈਡ ਕੀਤੀ ਸੀ। ਮਾਊਂਟਬੈਟਨ ਪੈਕਟ ਨੇ 15 ਅਗਸਤ 1947 ਦਾ ਦਿਨ ਚੂਜ਼ ਕੀਤਾ ਸੀ ਭਾਰਤ ਦੀ ਆਜ਼ਾਦੀ ਦੇਣ ਦੇ ਲਈ, ਔਰ ਆਜ਼ਾਦੀ ਤੋਂ ਬਾਅਦ ਜਿਹੜਾ ਫਸਟ ਹੈ 1948 ਹੈ, ਫਸਟ 1900 ਸੈਸ਼ਨ ਹੈ ਜਿਹੜਾ ਆਜ਼ਾਦੀ ਤੋਂ ਬਾਅਦ ਹੈ ਜਿਹੜਾ 1948 ਦੇ ਵਿੱਚ ਹੋਇਆ। ਆਜ਼ਾਦੀ ਤੋਂ ਪਹਿਲਾਂ ਆਚਾਰਿਆ ਕ੍ਰਿਪਲਨੀ ਨੇ ਕੀਤਾ ਔਰ ਆਜ਼ਾਦੀ ਤੋਂ ਬਾਅਦ ਪਤਾਬੀ ਸੀਤਾਰਮਈਆ ਨੇ ਕੀਤਾ। ਦੈਟ ਇਜ਼ ਆਲ ਅਬਾਊਟ ਟੂਡੇ। ਥੈਂਕ ਯੂ ਸੋ ਮਚ ਇਸ ਵੀਡੀਓ ਨੂੰ ਦੇਖਣ ਦੇ ਲਈ, ਐਂਡ ਤੱਕ ਸੁਣਨ ਦੇ ਲਈ। ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਇਸ ਲੋਕਡਾਊਨ ਦੇ ਟਾਈਮ ਜਦੋਂ ਮੈਂ ਇਸ ਵੀਡੀਓ ਨੂੰ ਸ਼ੂਟ ਕਰ ਰਿਹਾ, ਇਸ ਵੀਡੀਓ ਨੂੰ ਤੁਹਾਡੇ ਤੱਕ ਡਿਲੀਵਰ ਕਰ ਰਿਹਾ, ਤਾਂ ਜੋ ਸਾਡਾ ਮੇਨ ਪਰਪਸ ਹੈ ਉਹ ਇਹੀ ਹੈ ਕਿ ਤੁਸੀਂ ਘਰ ਬਹਿ ਕੇ ਆਪਣੀ ਸਟੱਡੀ ਨੂੰ ਇੰਪਰੂਵ ਕਰ ਸਕੋ। ਦੇਖੋ, ਹਮੇਸ਼ਾ ਸਕਸੈਸ ਔਰ ਫੇਲੀਅਰ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੀ ਹੁੰਦਾ ਹੈ ਕੁਝ ਸਟੈਪਸ ਦਾ, ਕਿਉਂਕਿ ਜਿਸ ਟਾਈਮ 'ਤੇ ਤੁਸੀਂ ਰਾਈਟ ਸਟੈਪ ਲੈ ਲੈਂਦੇ ਹੋ ਸਕਸੈਸ ਦੇ ਪਾਥ ਦੇ ਵੱਲ, ਤਾਂ ਸਮਝੋ ਤੁਸੀਂ ਸਕਸੈਸ ਤੱਕ ਪਹੁੰਚ ਗਏ। ਅਗਰ ਤੁਸੀਂ ਫੇਲੀਅਰ ਵੱਲ ਮਤਲਬ ਰੋਂਗ ਸਟੈਪ ਲੈ ਲਏ, ਗਲਤ ਸਾਈਡ ਚੂਜ਼ ਕਰ ਲਈ, ਤਾਂ ਤੁਸੀਂ ਫੇਲੀਅਰ ਵੱਲ ਪਹੁੰਚ ਗਏ। ਤਾਂ ਇਹ ਰਾਈਟ ਸਟੈਪਸ ਹੁਣ ਲੈਣੇ ਪੈਣਗੇ ਤੁਹਾਨੂੰ, ਹੁਣ ਮਿਹਨਤ ਕਰਨੀ ਪਏਗੀ, ਹੁਣ ਕੁਝ ਸਟਰਗਲ ਕਰਨਾ ਪਏਗਾ, ਤਾਂ ਹੀ ਤੁਸੀਂ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਹੋ ਸਕੋਗੇ। ਤਾਂ ਵਰਕ ਹਾਰਡ ਕਰੋ, ਵੱਧ ਤੋਂ ਵੱਧ ਮਿਹਨਤ ਕਰੋ,
अच्छे रिजल्ट्स जरूर तुहानूं मिलणगे आउण वाले टाइम दे विच। थैंक यू सो मच अगेन इस वीडियो नूं देखण दे लई। प्लीज़ इस नूं शेयर जरूर कर दिओ। थैंक यू।